MLA ਦੀ ਅੰਦਰਲੀ ਗੱਲ ਬਾਹਰ ਆ ਗਈ ਹੈ। ਅਸੀਂ ਦੂਜਿਆਂ ਨੂੰ ਕਿਵੇਂ ਦਬਾਉਂਦੇ ਆ, ਕਿਵੇਂ ਦੇਸ਼ ਧਰੋਹੀ ਦੇ ਮੁਕੱਦਮੇ ਜੇ ਕੋਈ ਮਾੜੀ ਜੀ ਗੱਲ ਕਰਦਾ ਸਰਕਾਰ ਪ੍ਰਤੀ ਤੇ ਦੇਸ਼ ਧਰੋਹ ਦੇ ਲਈ ਕਿਵੇਂ ਟੰਗਿਆ ਜਾਂਦਾ। ਇਹ ਸੱਚ ਹੈ, ਕੂੜਨ ਕੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸੱਚ ਸਾਹਮਣੇ ਆ ਗਿਆ। ਭਾਜਪਾ ਦਾ UP ਦਾ MLA ਕਹਿੰਦਾ ਕਿ ਜੇ ਮੈਂ ਆਪਣੀ ਸਰਕਾਰ ਲਈ ਕੁਝ ਬੋਲਿਆ ਤੇ ਮੇਰੇ ਤੇ ਦੇਸ਼ ਧਰੋਹੀ ਦਾ ਮੁਕੱਦਮਾ ਠੋਕ ਦਿੱਤਾ ਜਾਊਗਾ। ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਪ੍ਰਗਟ ਸਿੰਘ ਨੂੰ ਧਮਕੀ ਬਾਬਤ ਦਿੱਤੀ ਇਹ ਗੱਲ ਇਹ ਚਰਚਾ ਦੇ ਵਿੱਚ ਹੈ ਕਿ ਪ੍ਰਗਟ ਸਿੰਘ ਕਹਿੰਦਾ ਕਿ ਮੈਨੂੰ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਕਹਿੰਦੇ ਨੇ ਕਿ ਅਸੀਂ ਕੋਈ ਫੋਨ ਹੀ ਨਹੀਂ ਕੀਤਾ। ਹੁਣ ਪ੍ਰਗਟ ਸਿੰਘ ਹੋਣਾ ਕੋਈ ABC ਕੋਈ ਪ੍ਰੂਫ ਤੇ ਹੋਊਗਾ ਹੀ। ਤੇ ਰਹੀ ਗੱਲ ਨਵਜੋਤ ਸਿੱਧੂ ਹੁਣਾਂ ਦੇ ਮਾਮਲੇ ਨੂੰ ਉਛਾਲਣ ਦੀ, ਤੇ ਮੈਂ ਤਾਂ ਇਸ ਗੱਲ ਦਾ ਹਾਮੀ ਹਾਂ ਜੀ। ਜੇ ਵਾਕਈ ਨਵਜੋਤ ਸਿੱਧੂ ਦੇ ਉੱਤੇ ਕੋਈ ਕੇਸ ਹੈ, ਉਹਦੀ ਕੋਈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤੇ ਉਹ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਸਰਕਾਰ ਆਉਂਦੀ ਹੈ ਤੇ ਸਿੱਧੂ ਜੇ ਉਦੋਂ ਬੋਲਦਾ ਤੇ ਉਦੋਂ ਫੇਰ ਧਮਕੀ ਦੇ ਕੇ ਉਹਦਾ ਮੂੰਹ ਬੰਦ ਨਾ ਕੀਤਾ ਜਾਵੇ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਮੇਰੇ ਨਾਲ ਜੁੜ ਚੁੱਕੇ ਨੇ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ। ਵੈਲਕਮ ਜੀ, ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਲੋ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਜੀ ਦਰਸ਼ਕਾਂ ਸਰੋਤਿਆਂ ਨੂੰ ਜੀ। ਦੋਸਤੋ ਪਹਿਲਾਂ ਤਾਂ ਅਸੀਂ ਧੰਨਵਾਦ ਕਰ ਦਈਏ ਕਿ ਅਕੀਦਾ ਸਾਹਿਬ ਵੱਲੋਂ ਭੇਜੀ ਗਈ ਜਿਹੜੀ ਬੁੱਕ ਸੀਗੀ ਉਹ ਆਲਮੋਸਟ 100 ਇਹਨਾਂ ਨੇ ਬੁੱਕ ਭੇਜੀ ਸੀਗੀ, ਜਿਹੜੀ ਸਾਡੇ ਵੀਰ ਗ੍ਰੈਬ ਐਪੀਜ਼ਾ ਤੋਂ ਸ਼ਾਨ ਜੀ ਉਹਨਾਂ ਦੇ ਉੱਥੇ ਜਿਹੜਾ ਨਵਾਂ ਉਹਨਾਂ ਦਾ ਪਲਾਜ਼ਾ ਜਿਹੜਾ ਪੁਰਾਣਾ ਹੈ ਪਰੰਤੂ ਜਿਹੜਾ ਖੁੱਲ੍ਹਿਆ ਸੀ ਪੀਜ਼ਾ ਸਟੋਰ 2 ਪ੍ਰੋਫੈਸਰ ਟ੍ਰੇਲ 'ਤੇ, ਉੱਥੋਂ ਬੜੀ ਵੱਡੀ ਤਾਦਾਦ ਦੇ ਵਿੱਚ ਤੁਸੀਂ ਲੈ ਕੇ ਗਏ। ਔਰ ਕੁਝ ਵੀਰਾਂ ਨੇ ਉਹਦੇ ਲਈ ਫ੍ਰੀ ਸੇਵਾ ਵੀ ਕਰਵਾਈ, ਕੁਝ ਫ੍ਰੀ ਲੈ ਕੇ ਗਏ, ਕੁਝ ਪੈਸੇ ਦੇ ਕੇ ਲੈ ਕੇ ਗਏ। ਔਰ 2-4 ਕਿਤਾਬਾਂ ਜਿਹੜੀਆਂ ਨੇ ਉਹ ਬਚੀਆਂ ਨੇ, ਮੈਂ ਉਹ ਆਪਣੇ ਕੋਲ ਰੱਖਣੇ ਚਾਹਾਂਗਾ ਕਿਉਂਕਿ ਬਹੁਤ ਸਾਰੇ ਵੀਰਾਂ ਦੇ ਹੋਰ ਵੀ ਫੋਨ ਆ ਰਹੇ ਨੇ। ਜੇ ਲੋੜ ਪਈ ਤਾਂ ਅਸੀਂ ਫਿਰ ਦੁਬਾਰਾ ਮੰਗਵਾ ਲਾਂਗੇ, ਪਰੰਤੂ ਤੁਹਾਡੇ ਵੱਲੋਂ ਜਿਹੜੀ ਇਕੱਤਰ ਹੋਈ ਮਾਇਆ ਜਿਹੜੀ ਹੈ ਉਹ ਅਸੀਂ ਅਕੀਦਾ ਸਾਹਿਬ ਨੂੰ ਪਹੁੰਚਦੀ ਕਰ ਦਿੱਤੀ ਹੈ। ਸੋ ਤਹਿ ਦਿਲ ਤੋਂ ਧੰਨਵਾਦੀ ਹਾਂ ਜੀ ਜਿਨ੍ਹਾਂ ਨੇ ਇਹਦੇ ਵਿੱਚ। ਕੁਝ ਵੀਰ ਨੇ ਸੈਣੀ ਸਾਹਿਬ ਨੇ $100 ਦਿੱਤਾ, ਉੱਥੋਂ ਵੀ ਕੁਝ ਫ੍ਰੀ ਗਈਆਂ। ਔਰ ਇੱਕ ਵੀਰ $200 ਦੇ ਕੇ ਗਿਆ ਸੀਗਾ ਵੀ ਫ੍ਰੀ ਵੰਡਣੀਆਂ ਨੇ। ਕਿਸੇ ਨੇ 2 ਲਈਆਂ, 2 ਦੇ ਪੈਸੇ ਦਿੱਤੇ ਤੇ 1 ਲਈ, ਕਿਸੇ ਨੇ $50 ਦਿੱਤੇ ਤੇ 1 ਕਿਤਾਬ ਲਈ। ਕੁਝ ਸੇਵਾ ਫ੍ਰੀ ਵੀ ਹੋਈ। ਸੋ ਅਸੀਂ ਤਹਿ ਦਿਲ ਤੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਸੇਵਾ ਜਿਹੜੀ ਹੈ ਕੀਤੀ ਹੈ। ਸੋ ਇੱਕ ਵੀਰ $100 ਦੇ ਕੇ ਗਿਆ ਸੀ, ਉਹਨਾਂ ਦਾ ਵੀ ਧੰਨਵਾਦ। ਮੇਰੇ ਕੋਲ ਨਾ ਹੁਣ ਵਿਸਰ ਗਏ ਨੇ। ਤੁਹਾਡੀ ਰਕਮ ਜਿਹੜੀ ਹੈ ਉਹ ਪਹੁੰਚ ਗਈ ਹੈ ਜੀ। ਧੰਨਵਾਦੀ ਹਾਂ ਜੀ। ਤੁਸੀਂ ਰੁਚੀ ਰੱਖਦੇ ਹੋ ਇਤਿਹਾਸ ਤੋਂ ਜਾਣੂ ਹੋਣ ਵਾਸਤੇ। ਆਓ ਇਤਿਹਾਸ ਹੁਣ ਹੋਰ ਸਿਰਜਿਆ ਜਾ ਰਿਹਾ। ਜਿਉਂ ਚੋਣਾਂ ਆ ਰਹੀਆਂ ਨੇ, ਕਰੋਨਾ ਦਾ ਕਹਿਰ ਤਾਂ ਹੈ। ਕਰੋਨਾ ਦੀ ਗੱਲ ਅਸੀਂ ਉਹੀ ਸੁਣਨਾ ਚਾਹੁੰਦੇ ਹਾਂ ਜੋ ਸਾਨੂੰ ਚੰਗੀ ਲੱਗਦੀ ਹੈ। ਕਰੋਨਾ ਦੇ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਦੁਨੀਆ ਭਰ ਦੇ ਵਿੱਚ ਇਹ ਇੱਕ ਜਾਨਲੇਵਾ ਵਾਇਰਸ ਹੈ। ਹਾਂਜੀ, ਕਈਆਂ ਥਾਵਾਂ ਦੇ ਉੱਤੇ ਇਹ ਅਟੈਕ ਕਰਦਾ, ਜਿਹਨੂੰ ਇਹ ਚੰਬੜ ਜਾਂਦਾ ਪਤਾ ਤਾਂ ਉਹਨੂੰ, ਜਿਹਦੇ ਪਰਿਵਾਰ ਦੇ ਵਿੱਚ ਇਹ ਕੋਈ ਕਹਿਰ ਵਰਤਾ ਜਾਂਦਾ ਉਹ ਤਾਂ ਬਈ ਤੋਂ 7 ਕੋਹਾਂ ਦੂਰ ਭੱਜਣਾ ਚਾਹੁੰਦਾ। ਪਰਿਵਾਰਾਂ ਦੇ ਪਰਿਵਾਰ ਵੀ ਇਹਨੇ ਖਾ ਲਏ ਨੇ। ਜ਼ਮੀਨ ਜਾਇਦਾਦਾਂ ਪਤਾ ਨਹੀਂ ਲੋਕ ਛੱਡ ਕੇ ਗਏ ਨੇ, ਕਿੱਥੇ ਰੱਖ ਕੇ ਗਏ ਨੇ, ਤੁਰੇ ਜਾਂਦੇ ਨੂੰ ਪਤਾ ਨਹੀਂ। ਹਾਲਾਤ ਇਹੋ ਜਿਹੇ ਨੇ ਕਿ ਡਾਕਟਰ ਜਿਹੜੇ ਨੇ ਉਹ ਰੱਬ ਦਾ ਰੂਪ ਵੀ ਨੇ ਤੇ ਬੇਹੱਦ ਤੱਕ ਸ਼ਰਮਸ਼ਾਰ ਕਰਨ ਵਾਲੇ ਵੀ ਮਾਮਲੇ ਸਾਹਮਣੇ ਆ ਰਹੇ। ਇੱਕ ਮਾਂ ਨੂੰ ਬੱਚਾ ਕਹਿ ਰਿਹਾ, ਬਿਲਕੁਲ ਉਸੇ ਤਰ੍ਹਾਂ ਦਾ ਸੀਨ ਆ ਗਿਆ ਜਿਵੇਂ ਸਾਡੇ ਸ਼੍ਰੋਮਣੀ ਰਾਗੀ ਸਿੰਘ ਕਹਿ ਰਹੇ ਸਨ ਆਪਣੇ ਫੋਨ ਕਰਕੇ ਸ਼ੁਰੂਆਤ ਦੇ ਵਿੱਚ ਕਿ ਮੈਨੂੰ ਪੁੱਤਰਾ ਕਢਾ ਲਾ, ਮੈਂ ਚੱਲ ਜਾਣਾ। ਡਰ ਦਾ ਮਾਹੌਲ ਵੀ ਹੈ, ਸਹਿਮ ਦਾ ਮਾਹੌਲ ਵੀ ਹੈ, ਇਹ ਬਿਮਾਰੀ ਵੀ ਹੈ। ਕੋਈ ਦੋ ਰਾਵਾਂ ਨਹੀਂ ਹਨ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਜਿਸ ਤਨ ਲੱਗੇ ਸੋ ਤਨ ਜਾਣੇ, ਕੌਣ ਜਾਣੇ ਪੀੜ ਪਰਾਈ। ਜੇ ਅਸੀਂ ਇਹਦੀ ਟੈਸਟਿੰਗ ਦਾ ਮਸਲਾ ਵਧਾਵਾਂਗੇ, ਇਹਨੂੰ ਚਾਹ ਚੁੱਕਾਂਗੇ ਤੇ ਕੇਸ ਜ਼ਿਆਦਾ ਆਉਣੇ ਹੀ ਆਉਣੇ। ਪਿਛਲੀ ਵਾਰੀ ਕਹਿੰਦੇ ਨੇ ਕਿ ਭਾਰਤ ਦੇ ਵਿੱਚ ਇੰਨੀਆਂ ਮੌਤਾਂ ਨਹੀਂ ਹੋਈਆਂ, ਉਦੋਂ ਕਰੋਨਾ ਦਾ ਕਹਿਰ ਵੀ ਸੀ, ਪਰ ਉਸ ਵਕਤ ਜੇ ਮੌਤਾਂ ਨਹੀਂ ਸਨ ਇੰਨੀਆਂ ਹੋਈਆਂ ਜਿੰਨੀਆਂ ਹੁਣ ਹੋਈਆਂ ਨੇ, ਕਹਿੰਦੇ ਹੁਣ ਵੀ ਉਨੀਆਂ ਹੀ ਹੋਈਆਂ ਨੇ। ਤੇ ਫਿਰ ਇਸ ਵਕਤ ਸਵਾਲ ਇਹ ਪੈਦਾ ਉੱਠਦਾ ਹੈ ਕਿ ਸ਼ਮਸ਼ਾਨ ਘਾਟਾਂ ਦੇ ਵਿੱਚ ਦਾਹ ਸੰਸਕਾਰ ਦੀ ਬਜਾਏ ਰੇਤਾ 'ਚ ਲੋਥਾਂ ਕਿਉਂ ਦੱਬੀਆਂ ਜਾ ਰਹੀਆਂ ਨੇ? ਨਦੀਆਂ ਕਿਉਂ ਛੱਲਾਂ ਮਾਰ ਕੇ ਸੁੱਟ ਰਹੀਆਂ ਨੇ? ਲੰਬੀਆਂ ਲਾਈਨਾਂ ਫੁੱਲ ਤਾਰਨ ਵਾਲਿਆਂ ਦੀਆਂ ਕਿਉਂ ਲੱਗੀਆਂ ਹੋਈਆਂ ਨੇ? ਕੱਲੀ COVID-19 ਨਾਲ ਨਹੀਂ ਮੌਤਾਂ ਹੋ ਰਹੀਆਂ, ਮੌਤਾਂ ਹੋਰ ਵੀ ਹੋ ਰਹੀਆਂ, ਡੈਲ ਨਾਲ ਵੀ ਹੋ ਰਹੀਆਂ ਹੋਣਗੀਆਂ, ਹੋਰ ਵੀ ਬਿਮਾਰੀਆਂ ਹੋਣਗੀਆਂ। ਪਰ ਸਵਾਲ ਤਾਂ ਇਹ ਵੀ ਪੈਦਾ ਹੁੰਦਾ ਨਾ। ਸੋ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਵੜ ਗਿਆ, ਜਿਨ੍ਹਾਂ ਪਰਿਵਾਰਾਂ ਦੀ ਜਾਨ ਲੈ ਗਿਆ, ਉਹਨਾਂ ਪਰਿਵਾਰਾਂ ਨੂੰ ਪੁੱਛ ਕੇ ਵੇਖੋ। ਬਾਕੀ ਅਸੀਂ ਉਹ ਗੱਲ ਹੀ ਸੁਣਨੀ ਚਾਹੁੰਦੇ ਹਾਂ ਜੋ ਸਾਨੂੰ ਚੰਗੀ ਲੱਗਦੀ ਹੈ।
ਜਾਂ ਸਾਡੇ ਗਰੁੱਪ ਨੂੰ ਚੰਗੀ ਲੱਗਦੀ ਹੈ। ਸੋ ਇਹ ਇੱਕ ਤਰਾਸਦੀ ਹੈ ਵਰਲਡ ਵਾਈਡ। ਵਾਪਸ ਆਉਂਦੇ ਆ, ਅਰਦਾਸ ਕਰਿਆ ਕਰੋ ਕਿ ਵਿਸ਼ਵ ਭਰ ਦੇ ਵਿੱਚ ਸ਼ਾਂਤੀ ਬਣੀ ਰਹੇ। ਹਾਂ, ਇੱਕ ਗੱਲ ਜ਼ਰੂਰ ਹੈ, ਤੋਂ ਡਰਨਾ ਨਹੀਂ। ਲੋੜੀਂਦੇ ਜਿਹੜੇ ਆਪਾਂ ਕਾਰਵਾਈ ਸ਼ੁਰੂ 'ਚ ਕਰ ਲਈਏ, ਆਪਾਂ ਨੂੰ ਲੱਗਦਾ ਕਿ ਸਾਡੇ ਸਰੀਰ ਦੇ ਵਿੱਚ ਆ ਗਿਆ, ਇhtiyਾਤ ਵਰਤੀਏ। ਦੂਜਿਆਂ ਨੂੰ ਵੰਡਣ ਦੀ ਬਜਾਏ ਆਪਾਂ 14 ਦਿਨ 15 ਦਿਨ ਘਰ ਰਹਿ ਵੀ ਲਵਾਂਗੇ ਤਾਂ ਹੁਣ ਵੀ ਤਾਂ 1.5 ਸਾਲ ਹੋ ਗਿਆ ਬੈਠਿਆਂ ਨੂੰ। ਕਈ ਬੈਠੇ ਨੇ, ਕਈ ਤੁਰੇ ਫਿਰਦੇ ਨੇ, ਪਰ ਜਦੋਂ ਇਹ ਚੜ੍ਹ ਜਾਂਦਾ ਨਾ ਮੋਢਿਆਂ 'ਤੇ ਫਿਰ ਪਤਾ ਲੱਗਦਾ ਵੀ ਇਹ ਹੈਗਾ। ਸੋ ਇhtiyਾਤ ਵਰਤੋ, ਇੱਥੇ ਵੀ ਤੇ ਉੱਥੇ ਵੀ ਹੌਸਲਾ ਦਿਆ ਕਰੋ। ਜੋ ਡਾਕਟਰ ਕਹਿੰਦੇ ਨੇ ਉਵੇਂ ਕਰਨਾ ਚਾਹੀਦਾ। ਸਾਨੂੰ ਸਰਕਾਰਾਂ ਦਾ ਸਾਥ ਦੇਣਾ ਚਾਹੀਦਾ। ਮੈਂ ਹਰ ਵਾਰੀ ਕਹਿੰਦਾ ਕਿ ਸਰਕਾਰ ਇਕੱਲੀ ਕੁਛ ਨਹੀਂ ਕਰ ਸਕਦੀ ਜੇ ਜਨਤਾ ਸਾਥ ਨਾ ਦੇਵੇ। ਜੋ ਮਰਜ਼ੀ ਕਰ ਲਓ, ਜੇ ਉਹ ਸਖਤਾਈ ਵਰਤਣਗੇ ਫਿਰ ਅਸੀਂ ਕਹਿਣਾ ਜੀ ਇਹ ਜ਼ਾਲਮ ਹੋ ਗਏ, ਅਤੇ ਜੇ ਉਹ ਸਾਨੂੰ ਹਦਾਇਤਾਂ ਜਾਰੀ ਕਰਦੇ ਨੇ ਫਿਰ ਅਸੀਂ ਕਹਿੰਦੇ ਸਾਡੇ 'ਤੇ ਸਖਤੀ ਹੋ ਗਈ। ਅਤੇ ਸਖਤੀ ਕਿਉਂ ਹੁੰਦੀ ਹੈ? ਜਦੋਂ ਅਸੀਂ ਆਪ ਕੁਦਰੀਆਂ ਆਪ ਕਰਦੇ ਹਾਂ। ਵਿਚਾਰਨ ਵਾਲੀ ਗੱਲ। ਆਓ ਵਾਪਸ ਚੱਲਦੇ ਹਾਂ ਸ਼ਹੀਦਾਂ ਸਾਹਿਬ ਦੇ ਨਾਲ। ਖਬਰਾਂ ਹਿੰਦੀ ਦੇ ਵਿੱਚ ਵੀ ਪੇਸ਼ ਕੀਤੀਆਂ ਜਾਣਗੀਆਂ। ਅਸੀਂ ਤਕਰੀਬਨ ਕੋਈ 15 ਕੁ ਮਿੰਟ ਲਾਵਾਂਗੇ। ਕਾਂਗਰਸ ਦਾ ਕਮਸਾਨ ਮੰਤਰੀ ਚੰਨੀ ਦੇ ਘਰ ਦੇ ਵਿੱਚ ਹੁਣੇ ਅਮਨ ਜੀ ਖਬਰਾਂ ਸੁਣਾ ਕੇ ਗਏ ਨੇ ਕਿ 5 ਮੰਤਰੀਆਂ ਤੇ 7 ਵਿਧਾਇਕਾਂ ਦੀ ਮੀਟਿੰਗ ਵਿੱਚ ਬਾਜਵਾ ਸਾਹਿਬ ਵੀ ਸ਼ਾਮਲ ਹੋਏ ਨੇ, ਤੇ ਬਾਜਵਾ ਸਾਹਿਬ ਵਧਾਈ ਵੀ ਦੇਣ ਗਏ, ਕਹਿੰਦੇ ਢੀਂਡਸਾ ਸਾਹਿਬ ਨੂੰ। ਕੀ ਕਹਿਣਾ ਚਾਹੋਗੇ? ਹਾਂ, ਚਾਵਲਾ ਸਾਹਿਬ, ਇਹ ਜਿਹੜਾ 5 ਮੰਤਰੀ ਤੇ 7 ਵਿਧਾਇਕਾਂ ਦੀ ਮੀਟਿੰਗ ਹੋਈ ਹੈ ਨਾ ਚੰਨੀ ਦੇ ਘਰ, ਇਹ ਨਵੇਂ ਸਮੀਕਰਨ ਬਣ ਰਹੇ ਨੇ ਪੰਜਾਬ। ਨਵੇਂ ਸਮੀਕਰਨ, ਸਿਆਸੀ ਸਮੀਕਰਨ ਜਿਹੜੇ ਜਦੋਂ ਬਣਦੇ ਹਨ ਤੇ ਬਹੁਤ ਕੁਝ ਹੋ ਜਾਂਦਾ। ਤੇ ਇਸੇ ਦੀ ਜਿਹੜੀ ਬੇਅਦਬੀ ਦੇ ਮਾਮਲੇ ਚਰਚਾ ਕੀਤੀ ਹੈ ਤੇ ਕੈਪਟਨ ਅਮਰਿੰਦਰ ਸਿੰਘ ਉਹਦੇ ਬਿਜਨਸ ਵਿਭਾਗ ਵੀ ਹੈਗਾ, ਗ੍ਰਹਿ ਵਿਭਾਗ ਦੇ ਕੈਪਟਨ ਦਾ ਕੋਲੇ, ਤੇ ਉਹਨਾਂ ਨੇ ਇਹ ਗੱਲ ਵੀ ਆਖੀ ਆ ਬਾਹਰ ਆ ਕੇ ਬਾਜਵਾ ਸਾਹਿਬ ਨੇ ਕਿ ਗ੍ਰਹਿ ਵਿਭਾਗ ਕਿਹਦੇ ਕੋਲ ਹੈ। ਉਹ ਤਾਂ ਜਾਣਦੇ ਆਪਾਂ ਕਿਹਦੇ ਕੋਲ। ਗ੍ਰਹਿ ਵਿਭਾਗ ਦੀ ਅਚਾਨਕ ਹੀ ਕਿਵੇਂ ਸਰਗਰਮੀ ਹੋ ਗਈ ਕਿ ਜਾਓ ਜੀ ਨਵਜੋਤ ਸਿੱਧੂ ਦੇ ਬੰਦਿਆਂ ਨੂੰ ਜਾ ਕੇ ਪਰੇਸ਼ਾਨ ਕਰੋ, ਫੜ ਲਓ ਤੇ ਉੱਥੇ ਉਹਨਾਂ ਦੇ ਖਿਲਾਫ ਕਾਰਵਾਈ ਕਰੋ, ਵਿਜੀਲੈਂਸ ਜਾਂਚ ਸ਼ੁਰੂ ਕਰ ਦਿਓ। ਇਹ ਕਿਵੇਂ ਹੁੰਦੀ ਹੈ? ਇਹਦੇ ਪਿੱਛੇ ਕੋਈ ਕਾਰਨ ਹੈ। ਤੇ ਉਹਨਾਂ ਨੇ ਹਾਈ ਕਮਾਂਡ ਤੋਂ ਦਖਲ ਦੀ ਮੰਗ ਕੀਤੀ ਹੈ ਚਾਵਲਾ ਸਾਹਿਬ, ਤੇ ਤੁਸੀਂ ਇਸ ਮਾਮਲੇ ਵਿੱਚ ਦਖਲ ਦਿਓ, ਨਹੀਂ ਤਾਂ ਪ੍ਰੋਬਲਮ ਵੱਡੀ ਆ ਜਾਣੀ ਹੈ। ਚੋਣਾਂ ਨੇੜੇ ਹੈਗੀਆਂ ਨੇ। ਜਿਹੜੇ ਕਿ ਹਰੀਸ਼ ਰਾਵਤ ਸੀਗੇ, ਉਹਨਾਂ ਨੇ ਬਾਜਵਾ, ਚੰਨੀ, ਰੰਧਾਵਾ ਨਾਲ ਫੋਨ ਤੇ ਗੱਲ ਵੀ ਕੀਤੀ ਆ। ਗੱਲ ਕੀ ਕੀਤੀ ਆ ਉਹਦੇ ਸਪਸ਼ਟ ਨਹੀਂ ਹੋ ਸਕਿਆ, ਪਰ ਫੋਨ ਤੇ ਗੱਲ ਜ਼ਰੂਰ ਕੀਤੀ ਉਹਨਾਂ ਨੇ ਵੀ ਇਸ ਮਾਮਲੇ ਨੂੰ ਸ਼ਾਇਦ ਦਬਾਉਣ ਵਾਸਤੇ ਗੱਲ ਕੀਤੀ ਹੈ ਵੀ ਚੁੱਪ ਕਰੋ ਤੁਸੀਂ, ਪਰ ਅਜੇ ਚੁੱਪ ਹੋਣ ਦੀ ਕੋਈ ਗੱਲ ਨਹੀਂ ਚੱਲ ਰਹੀ। ਚਾਵਲਾ ਸਾਹਿਬ, ਤੁਸੀਂ ਕਹਿ ਰਹੇ ਸੀਗੇ ਕਿ ਢੀਂਡਸਾ ਸਾਹਿਬ ਗਏ ਨੇ, ਬਾਜਵਾ ਸਾਹਿਬ। ਇਹ ਵੀ ਸਿਆਸੀ ਸਮੀਕਰਨ ਦੀ ਜੇ ਗੱਲ ਆਪਾਂ, ਜਿਹੜੇ ਸਿਆਸੀ ਲੋਕ ਹੈਗੇ ਉਹਨੂੰ ਸਿਆਸੀ ਤਰੀਕੇ ਨਾਲ ਦੇਖਦੇ ਹੁੰਦੇ ਆ। ਤੇ ਉਹ ਭਾਵੇਂ ਢੀਂਡਸਾ ਸਾਹਿਬ ਕਹਿੰਦੇ ਮੇਰੇ ਤਾਂ ਪਤਾ ਲੈਣ ਵਾਸਤੇ ਬਿਮਾਰ ਸੀ, ਮੈਂ ਢਿੱਲਾ ਸੀਗਾ, ਪਰ ਦੂਜੇ ਪਾਸੇ ਇਹ ਵੀ ਗੱਲ ਆਈ ਆ ਕਿ ਵਧਾਈ ਦੇਣ ਵਾਸਤੇ ਗਏ ਸੀਗੇ, ਤੇ ਪਤਾ ਨਹੀਂ ਵਧਾਈ ਦੇਣ ਗਏ ਸੀ ਜਾਂ ਕੀ ਕਰਨ ਗਏ ਸੀ। ਮੁਲਾਕਾਤ ਚਰਚਾ ਵਿੱਚ ਹੈਗੀ ਉਹਨਾਂ ਦੀ, ਜੇ ਦੋਵਾਂ ਦੀ ਮੁਲਾਕਾਤ ਚੱਕੀ ਕੱਲ ਹੀ ਬਣਿਆ, ਅਕਾਲੀ ਦਲ ਬਣਿਆ ਸੰਯੁਕਤ, ਤੇ ਹੁਣ ਉਹ ਮੁਲਾਕਾਤ ਵੀ ਕਰਨ ਚਲੇ ਗਏ। ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਆ? ਤੇ ਸਿਆਸੀ ਲੋਕ ਇਹਨੂੰ ਸਿਆਸਤ ਨਾਲ ਹੀ ਜੋੜ ਕੇ ਦੇਖਦੇ ਹੁੰਦੇ ਆ। ਚਾਵਲਾ ਸਾਹਿਬ, ਤੁਸੀਂ ਚਾਵਲਾ ਸਾਹਿਬ ਇੱਕ ਗੱਲ ਬੜੀ ਅਹਿਮ ਆ, ਤੇ ਕਿਤਾਬਾਂ ਪੜ੍ਹਨ ਦੀ ਰੁਚੀ ਪੰਜਾਬੀ ਦੀ ਬੜੀ ਘੱਟ ਹੈ। ਖਾਸ ਕਰਕੇ ਕਿਤਾਬਾਂ ਖਰੀਦ ਲਓ ਤੇ ਕਿਤਾਬਾਂ ਖਰੀਦ ਕੇ ਪੜ੍ਹਨ ਦੀ ਰੁਚੀ ਹੋਰ ਵੀ ਘੱਟ ਹੈ। ਤੇ ਤੁਸੀਂ ਆਪਣੇ ਜਿਹੜੇ ਕਿ ਇੱਥੇ ਦਰਸ਼ਕ ਹੈਗੇ ਆ, ਸਰੋਤੇ ਹੈਗੇ ਆ, ਜੁੜੇ ਹੋਏ ਨੇ ਰੰਗਲਾ ਪੰਜਾਬ ਦੇ ਨਾਲ, ਤੁਹਾਡੇ ਨਾਲ ਪਿਆਰ ਕਰਦੇ ਆ, ਤੇ ਉਹ ਆਪਾਂ ਗੱਲ ਕੀਤੀ, ਉਹਨਾਂ ਨੇ ਬਾਸ਼ਾਂ ਖਿਲਾਰਤੀਆਂ ਤੁਹਾਡੇ ਰਾਹੀਂ, ਤੇ ਕਿਤਾਬ ਪਹੁੰਚੀ ਉੱਥੇ। ਤੁਸੀਂ ਮਤਲਬ ਹੈਰਾਨੀ ਦੀ ਗੱਲ ਆ ਵੀ ਜਿਹੜੇ ਖਰਚੇ ਪੱਤੇ ਕੱਢ ਕੇ ਤੁਸੀਂ ਜਿਹੜੀ ਜੋ ਵੀ ਇੱਥੋਂ ਮੇਰੀ ਬਿਲਕੁਲ ਸਾਰਾ ਕੁਝ ਤੁਸੀਂ ਮੈਨੂੰ ਪਹੁੰਚਾ ਦਿੱਤਾ। ਤੇ ਮੈਨੂੰ ਮਤਲਬ ਮੈਂ ਹੈਰਾਨ ਆ ਇਸ ਗੱਲ ਤੇ ਵੀ ਚਾਵਲਾ ਸਾਹਿਬ ਕਿੰਨੇ ਪਿਆਰੇ ਸਰੋਤੇ, ਕਿੰਨੇ ਦਰਸ਼ਕ ਨੇ ਇਹਨਾਂ ਦੇ ਕਿ ਜਦੋਂ ਲੇਖਕ ਦੀ ਕਿਤਾਬ ਕੋਈ ਪੜ੍ਹਦਾ, ਕੋਈ ਲੈਂਦਾ ਨਾ, ਉਹ ਲੇਖਕ ਦੇ ਮਨ ਦੀ ਜਿਹੜੀ ਉਹਨੂੰ ਪਤਾ ਹੁੰਦਾ ਕਿ ਉਹਦਾ ਕਿੰਨਾ ਉਹਨੂੰ ਖੁਸ਼ੀ ਮਿਲੀ, ਕਿੰਨਾ ਹੁਲਾਸ ਮਿਲਿਆ, ਉਹਨੂੰ ਕਿੰਨਾ ਉਹਨੂੰ ਪਿਆਰ ਮਿਲਿਆ। ਉਹਦਾ ਇਹ ਨਹੀਂ ਵੀ ਕਿ ਚਲੋ ਕਿਤਾਬ ਮੁੱਲ ਵਿਕਣਾ ਜਾਂ ਫ੍ਰੀ ਲੈਣ ਦੀ ਗੱਲ ਨਹੀਂ। ਜਦੋਂ ਬੰਦਾ ਕਿਤਾਬ ਪੜ੍ਹਨ ਵਾਸਤੇ ਲੈਂਦਾ ਨਾ, ਉਹਦੇ ਬਹੁਤ ਅੰਦਰੋਂ ਇੱਕ ਤਰ੍ਹਾਂ ਹੁੰਦੀ ਹੈ ਵੀ ਮੇਰੀ ਕਿਤਾਬ ਪੜ੍ਹਨ ਵਾਸਤੇ। ਮੈਨੂੰ ਕੱਲ ਬੜੀ ਇੱਕ ਮੰਚ ਦਾ ਧੰਨਵਾਦ ਹੈ, ਇਸ ਮੰਚ ਦਾ ਧੰਨਵਾਦ ਕਰਦੇ ਹਾਂ, ਇਸ ਮੰਚ ਦਾ ਅਗਲਾ ਪੰਜਾਬ ਦਾ ਮੈਂ ਦਿਲੋਂ ਤਹਿ ਦਿਲੋਂ ਧੰਨਵਾਦ ਕਰਦਾ। ਮੈਨੂੰ ਕੱਲ ਬੜਾ ਹੋਰ ਤਰ੍ਹਾਂ ਹੋਇਆ। ਮਿਸੀ ਗੋਸਲ ਜਿਸ ਏਜ ਦੇ ਵਿੱਚ ਨੇ 82 ਦੇ ਲਗਭਗ ਨੇ, ਗੱਡੀ ਚਲਾ ਕੇ ਆਏ। ਉਹ ਆਪਣਾ ਘਰ ਹੀ ਸਮਝਦੇ ਹੁੰਦੇ ਆ, ਲੰਘਦੇ ਵੜਦੇ ਜਦੋਂ ਵੀ ਕਿਤੇ ਅਸੀਂ ਡੋਨੇਸ਼ਨ ਇਕੱਠੀ ਕਰਨੀ ਉਹਨਾਂ ਨੇ ਫੜਾ ਹੀ ਜਾਣੀ ਆ। 82 ਸਾਲ ਦੇ ਆ ਕੇ ਬੈਲ ਮਾਰੀ, ਮੈਂ ਕੁਦਰਤੀ ਬਾਹਰ ਆਇਆ ਤੇ ਮੈਨੂੰ ਕਹਿੰਦੇ ਕਿਤਾਬ ਲੈਣ ਆਏ।
ਮੇਰੇ ਮੱਥੇ ਤੇ ਵੇਖਣ ਵਾਲੀ ਸੀ, ਜਿਹੜੀ ਮੇਰੀਆਂ ਵੀ ਮੈਨੂੰ ਵੀ ਤੁਸੀਂ ਸਪੈਸ਼ਲ ਭੇਜੀ ਸੀ, ਉਹ ਵੀ ਕੋਈ ਫੜ ਕੇ ਲੈ ਕੇ ਗਿਆ ਜਾਂ ਮੈਂ ਪੜ੍ਹਨੀ ਆ। ਤੇ ਆਪਾਂ ਅਨਾਉਂਸ ਕਰਦੇ ਰਹੇ ਵੀ ਜਿਨ੍ਹਾਂ ਨੇ ਹੋਲਡ ਕਰਾਈਆਂ ਨੇ ਲੈ ਲਓ, ਹੈ ਨਾ, ਲੈ ਲਓ। ਤੇ ਮੈਂ ਸੋਚਿਆ ਸ਼ਾਇਦ ਮਿਸੀ ਗੋਸਲ ਲੈ ਆਏ ਹੋਣਗੇ, ਵੀ ਲਾਲੀ ਸਵੀਟਸ ਤੇ ਪਈਆਂ ਨੇ ਉੱਥੇ, ਸ਼ਾਇਦ 2-4 ਪਈਆਂ ਹੁਣ, ਇੱਕ ਅੱਧੀ ਪਈ ਹੋਵੇ, ਮੈਂ ਪਤਾ ਕਰਾਂਗਾ। ਸੈਣੀ ਸਾਹਿਬ ਕੋ ਆਈ ਥਿੰਕ 2-4 ਪਈਆਂ ਨੇ। ਤੇ ਮੈਂ ਉਹ ਉਹਨਾਂ ਨੂੰ ਬੜਾ ਮੈਨੂੰ ਹੋਰ ਤਰ੍ਹਾਂ ਲੱਗਾ, ਕਹਿੰਦੇ ਤੁਹਾਡੇ ਕੋਲ ਲਾਇਬ੍ਰੇਰੀ ਦੀ ਵਿੱਚ ਹੈਗੀ। ਮੈਂ ਕਿਹਾ ਉਹ ਵੀ ਲੈ ਕੇ ਗਏ ਨੇ ਕੁਝ। ਉਹਨਾਂ ਦਾ ਚਿਹਰਾ ਵੇਖਣ ਵਾਲਾ ਸੀ, ਉਹ ਕਿੰਨੀ ਆਸ ਨਾਲ ਲੈ ਕੇ ਆਏ ਹੋਣਗੇ ਪੜ੍ਹਨ, ਸਮਾਂ ਕੱਢ ਕੇ, ਗੱਡੀ ਚਲਾ ਕੇ, 82 ਸਾਲ ਦੀ ਉਮਰ ਦੇ ਵਿੱਚ ਵੀ ਮੈਂ ਉਹ ਕਿਤਾਬ ਪੜ੍ਹਨੀ ਆ। ਹੁਣ ਮੈਂ ਸਪੈਸ਼ਲ ਲਿਆ ਕੇ, ਉਹਨਾਂ ਦਾ ਨੰਬਰ ਮੇਰੇ ਕੋਲ ਹੈ, ਮੈਂ ਉਹਨਾਂ ਨੂੰ ਫੋਨ ਕਰਨਾ ਕਿ ਤੁਸੀਂ ਲੈ ਜਾਓ। ਮੈਂ ਉਹਨਾਂ ਦੇ ਗ੍ਰਹਿ ਲਾਗੇ ਹੀ ਨੇ, ਛੱਡ ਕੇ ਆਵਾਂਗੇ ਤਾਂ ਕਿ ਉਹਨਾਂ ਦੀ ਤ੍ਰਿਸ਼ਨਾ ਪੂਰੀ ਹੋ ਸਕੇ। ਸੋ ਬਾਕੀ ਖਰਚੇ ਖੁਰਚੇ ਕੋਈ ਗੱਲ ਨਹੀਂ ਜੀ, ਇਹ ਸੇਵਾ ਕੀਤੀ, ਅਸੀਂ ਖਰਚੇ ਆਪਣੇ ਕੋਲੋਂ ਕੀਤੇ ਨੇ, ਕਿ ਉਹ ਅਸੀਂ ਵੀ ਸੇਵਾ ਕਰਨਾ ਚਾਹੁੰਦੇ ਹਾਂ। ਅਸੀਂ ਤਾਂ ਜੋ ਤਿਲ ਫੁੱਲ ਇਕੱਠਾ ਹੋਇਆ, ਜੇ 10 20 50 ਹੋਰ ਵੀ ਉੱਥੇ ਪੈਕਦੇ ਪਏ ਹੋ, ਉਹ ਵੀ ਤੁਹਾਨੂੰ ਅਸੀਂ ਭੇਜ ਦਿੰਦੇ, ਤਾਂ ਕਿ ਇਹੋ ਜਿਹੀਆਂ ਕਿਤਾਬਾਂ ਤੁਸੀਂ ਹੋਰ ਵੀ ਲਿਖ ਸਕੋ ਅਤੇ ਮਤਲਬ ਲੋਕਾਂ ਨੂੰ ਜਾਗਰੂਕਤੀ ਪੈਦਾ ਕਰ ਸਕੋ। ਸਾਡਾ ਇਹ ਧੰਨ ਭਾਗ ਨੇ ਕਿ ਤੁਹਾਡੇ ਵਰਗੇ ਸੱਜਣ ਸਾਡੇ ਨਾਲ ਜੁੜੇ ਹੋਏ ਨੇ, ਅਤੇ ਸਾਰੇ ਹੀ ਆਪਣੇ ਕੰਮ ਦੇ ਵਿੱਚ ਬਹੁਤ ਵਧੀਆ ਨੇ। ਅਮਨ ਜੀ ਦੀ ਵੀ ਇੱਕ ਕਿਤਾਬ ਆ ਰਹੀ ਹੈ, ਉਹਦੇ ਬਾਰੇ ਆਪਾਂ ਆਉਣ ਵਾਲੇ ਦਿਨਾਂ 'ਚ ਗੱਲ ਕਰਨੀ ਆ। ਉਹ ਵੀ ਇੱਕ ਬਹੁਤ ਸੋਹਣੀ ਕਿਤਾਬ ਉਹਨਾਂ ਨੇ ਛਾਪਣੀ ਹੈ, ਉਹਦੇ ਬਾਰੇ ਵੀ ਗੱਲ ਕਰਾਂਗੇ। 1947 ਦੇ ਨਾਲ ਆਈ ਥਿੰਕ ਰਿਲੇਟਡ ਹੈ। ਹਾਈ ਕਮਾਂਡ ਬੇਅਦਬੀ ਦੇ ਮਾਮਲੇ ਵਿੱਚ ਦਖਲ ਦੇਵੇ ਪੰਜਾਬ ਵਿੱਚ, ਕਿਹਾ ਪ੍ਰਤਾਪ ਸਿੰਘ ਬਾਜਵਾ ਨੇ। ਪ੍ਰਗਟ ਸਿੰਘ ਨੂੰ ਧਮਕੀ ਬਾਬਤ ਕੈਪਟਨ ਤੋਂ ਸਪਸ਼ਟੀਕਰਨ ਕੱਲ੍ਹ ਦਾ ਚਰਚਾ ਦੇ ਵਿੱਚ ਹੈ। ਔਰ ਪ੍ਰਗਟ ਸਿੰਘ ਜਿਸ ਤਰੀਕੇ ਨਾਲ ਬੋਲਿਆ, ਹਾਂਜੀ, ਕੋਈ ਛੋਟੀ ਜੀ ਗੱਲ ਨਹੀਂ ਹੈ। ਯੂਪੀ ਵਾਲਾ MLA ਕਹਿੰਦਾ ਵੀ ਜੇ ਮੈਂ ਹੋਰ ਕੁਝ ਬੋਲਿਆ ਤਾਂ ਮੇਰੇ ਤੇ ਦੇਸ਼ ਧਰੋਹੀ ਦੇ ਪਰਚੇ ਦਾਖਲ ਹੋ ਸਕਦੇ ਨੇ। ਵੇਖੋ, ਪਤਾ ਹੈ ਕਿ ਅਸੀਂ ਦੂਜਿਆਂ ਨੂੰ ਕਿਵੇਂ ਦਬਾਉਂਦੇ ਹਾਂ। ਉਸ MLA ਦੀ ਅੰਦਰਲੀ ਗੱਲ ਬਾਹਰ ਆ ਗਈ ਹੈ ਕਿ ਅਸੀਂ ਦੂਜਿਆਂ ਨੂੰ ਕਿਵੇਂ ਦਬਾਉਂਦੇ ਹਾਂ, ਕਿਵੇਂ ਦੇਸ਼ ਧਰੋਹੀ ਦੇ ਮੁਕੱਦਮੇ, ਜੇ ਕੋਈ ਮਾੜੀ ਜੀ ਗੱਲ ਕਰਦਾ ਸਰਕਾਰ ਪ੍ਰਤੀ, ਤੇ ਦੇਸ਼ ਧਰੋਹ ਦੇ ਲਈ ਕਿਵੇਂ ਟੰਗਿਆ ਜਾਂਦਾ। ਇਹ ਸੱਚ ਹੈ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਹ ਸੱਚ ਸਾਹਮਣੇ ਆ ਗਿਆ ਕਿ ਭਾਜਪਾ ਦਾ ਯੂਪੀ ਦਾ MLA ਕਹਿੰਦਾ ਕਿ ਜੇ ਮੈਂ ਆਪਣੀ ਸਰਕਾਰ ਲਈ ਕੁਝ ਬੋਲਿਆ ਤਾਂ ਮੇਰੇ ਤੇ ਦੇਸ਼ ਧਰੋਹੀ ਦਾ ਮੁਕੱਦਮਾ ਠੋਕ ਦਿੱਤਾ ਜਾਊਗਾ। ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਨੇ ਜਿਹੜਾ ਪ੍ਰਗਟ ਸਿੰਘ ਨੂੰ ਧਮਕੀ ਬਾਬਤ ਦਿੱਤੀ ਇਹ ਗੱਲ, ਇਹ ਚਰਚਾ ਦੇ ਵਿੱਚ ਹੈ ਕਿ ਪ੍ਰਗਟ ਸਿੰਘ ਕਹਿੰਦਾ ਕਿ ਮੈਨੂੰ ਧਮਕੀ ਦਿੱਤੀ ਗਈ ਆ। ਧਮਕੀ ਦੇਣ ਵਾਲੇ ਕਹਿੰਦੇ ਨੇ ਕਿ ਅਸੀਂ ਕੋਈ ਫੋਨ ਹੀ ਨਹੀਂ ਕੀਤਾ। ਹੁਣ ਪ੍ਰਗਟ ਸਿੰਘ ਹੋਣਾ ਕੋਈ ABC ਕੋਈ ਪ੍ਰੂਫ ਤੇ ਹੋਊਗਾ ਹੀ। ਤੇ ਰਹੀ ਗੱਲ ਨਵਜੋਤ ਸਿੱਧੂ ਹੁਣਾਂ ਦੇ ਮਾਮਲੇ ਨੂੰ ਉਛਾਲਣ ਦੀ, ਤੇ ਮੈਂ ਤਾਂ ਇਸ ਗੱਲ ਦਾ ਹਾਮੀ ਹਾਂ ਜੀ। ਜੇ ਵਾਕਈ ਨਵਜੋਤ ਸਿੱਧੂ ਦੇ ਉੱਤੇ ਕੋਈ ਕੇਸ ਹੈ, ਉਹਦੀ ਕੋਈ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ, ਤੇ ਉਹ ਕਰਨੀ ਚਾਹੀਦੀ ਹੈ, ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੋਰ ਸਰਕਾਰ ਆਉਂਦੀ ਹੈ ਤੇ ਸਿੱਧੂ ਜੇ ਉਦੋਂ ਬੋਲਦਾ ਤੇ ਉਦੋਂ ਫਿਰ ਧਮਕੀ ਦੇ ਕੇ ਉਹਦਾ ਮੂੰਹ ਬੰਦ ਨਾ ਕੀਤਾ ਜਾਵੇ। ਉਹ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦੇਣਾ ਚਾਹੀਦਾ ਹੈ। ਪਤਾ ਲੱਗਣਾ ਚਾਹੀਦਾ ਕਿ ਵਾਕਈ ਸਿੱਧੂ ਦੇ ਉੱਤੇ ਕੇਸ ਹੈਗਾ ਜਾਂ ਡਰਾਇਆ ਧਮਕਾਇਆ ਜਾ ਰਿਹਾ, ਕਿ ਚਲੋ ਥੋੜੇ ਸਮੇਂ ਬਾਅਦ ਫਿਰ ਡਰਾ ਧਮਕਾ ਦਿਓ, ਫਿਰ ਚੁੱਪ ਹੋ ਗਿਆ, ਚੱਲ ਮੇਰੇ ਭਾਈ ਠੰਡੇ ਬਸਤੇ 'ਚ ਪੈ ਗਿਆ ਕੰਮ ਉੱਤੇ ਦਾ ਉੱਤੇ। ਹਾਂਜੀ, ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਇਹ ਨਾ ਤੁਸੀਂ ਸਿੱਧੂ ਦੀ ਗੱਲ ਪਹਿਲਾਂ ਆਪਾਂ ਕਰ ਲਈਏ। ਸਿੱਧੂ, ਨਵਜੋਤ ਸਿੱਧੂ ਦੇ ਸਾਥੀਆਂ ਦੀ ਜਾਂਚ ਸ਼ੁਰੂ ਕੀਤੀ ਆ ਵਿਜੀਲੈਂਸ ਨੇ, ਉਹਨਾਂ ਦੇ ਘਰੇ ਵੀ ਗਏ ਨੇ ਉਹ ਸਾਰੇ। ਹੁਣ ਮਾਮਲਾ ਕੀ ਹੈ ਇਹਦਾ, ਖਰਾ ਕਿਹੜਾ ਬੂਥ, ਕਿਹੜੇ ਬੂਥ ਨੇ ਉਹ ਤਾਂ ਆਪਣੇ ਪੱਟੀ ਸਾਹਿਬ ਕਰਨਗੇ ਜਾਂ ਕੱਲ੍ਹ ਨੂੰ ਖਬਰ ਆ ਜਾਣਗੀਆਂ। ਕੋਈ ਬੂਥ, 2 ਬੂਥ ਦਿੱਤੇ ਗਏ ਸੀ ਕਿਰਾਏ ਤੇ। ਕੋਈ ਨਵਜੀਤ ਕੌਰ ਨਾਂ ਦੀ ਲੇਡੀ ਆ, ਜਿਹੜਾ ਖਬਰਾਂ ਦਿੱਤੀਆਂ ਜਾ ਰਹੀਆਂ ਨੇ, ਜੋ ਖਬਰਾਂ ਪ੍ਰਕਾਸ਼ਿਤ ਹੋ ਆ ਰਹੀਆਂ ਸਾਹਮਣੇ ਮੀਡੀਆ ਦੇ ਵਿੱਚ, ਨਵਜੀਤ ਕੌਰ ਨਾਂ ਦੀ ਲੇਡੀ ਆ, ਜਿਹੜੀ ਕਿ ਨਵਜੋਤ ਸਿੰਘ ਸਿੱਧੂ ਦੇ ਰਿਸ਼ਤੇ ਵਿੱਚੋਂ ਪੈਂਦੀ ਆ। ਤੇ ਉਹਨਾਂ ਦੇ PA ਜਿਹੜਾ ਹੈਗਾ, ਉਹਦੀ ਧਰਮ ਪਤਨੀ ਕਿਹਾ ਗਿਆ ਉਸ ਨੂੰ, ਤੇ ਉਸ ਨੂੰ ਉਹ ਦਿੱਤੇ ਗਏ ਕਿਰਾਏ ਤੇ। ਗੱਲ ਹੋਈ ਸੀ 2011 ਦੀ ਗੱਲ ਹੈ ਚਾਵਲਾ ਸਾਹਿਬ, ਨਾ ਕਿ ਇਹ 2017 ਤੋਂ ਬਾਅਦ ਦੀ ਗੱਲ ਹੈ। ਉਸ ਵੇਲੇ ਇਹ ਜਿਹੜੇ ਸਿੱਧੂ ਉੱਥੇ ਹੁੰਦਾ ਸੀਗਾ, ਤੇ ਉਸ ਵੇਲੇ ਉਹਨਾਂ ਨੇ ਕੋਈ ਬੂਥ ਦਿੱਤੇ ਸੀ, ਤੇ ਬੂਥ ਨੂੰ ਵੇਚਣਾ ਸੀਗਾ ਕਿਰਾਏ ਦੇਣ ਵਾਸਤੇ, ਜੋ ਕਿਹਾ ਜਾ ਰਿਹਾ ਸਰਕਾਰ ਵੱਲੋਂ ਕਿ ਵੇਚਣੇ ਸੀ। ਇਹ ਕਿਰਾਏ ਦੇਣ ਦੀ ਲੋੜ ਨਹੀਂ ਸੀਗੀ, ਕਿਰਾਏ ਦੇਣ ਦੀ। ਉਹ ਕਿਰਾਏ ਤੇ ਦੇਣ ਵਾਸਤੇ ਨਵਜੋਤ ਸਿੱਧੂ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ, ਜੋ ਸਾਹਮਣੇ ਆ ਰਿਹਾ, ਜੋ ਕਹਿ ਰਿਹਾ ਉਹਨੇ ਕਰਕੇ। ਤੇ ਉਹ ਟੈਂਡਰ ਮੰਗੇ ਗਏ, ਪਾਸ ਕਰਾ ਕੇ ਇੰਪਰੂਵਮੈਂਟ ਟਰਸਟ ਵੱਲੋਂ, ਇੰਪਰੂਵਮੈਂਟ ਟਰਸਟ ਵੀ ਪੈਂਦੇ, ਇੰਪਰੂਵਮੈਂਟ ਟਰਸਟ ਨੇ ਲੋਕਲ ਬਾਡੀ ਨੇ ਭੇਜਿਆ, ਤੇ ਉਹਨਾਂ ਨੂੰ ਕਿਹਾ ਗਿਆ ਜੀ ਆਪਾਂ ਇਹ ਵੇਚੋ ਨਾ, ਜੇ ਇਹਨੂੰ ਕਿਰਾਏ ਦੇ ਦਿਓ 2 ਬੂਥਾਂ ਨੂੰ। ਤੇ ਉਹ ਕਿਰਾਏ ਤੇ 23 ਰੁਪਏ ਪਰ ਵਰਗ ਫੁੱਟ ਦੇ
ਤੌਰ ਤੇ ਉਹਦਾ ਰੱਖਿਆ ਗਿਆ ਰੇਟ, ਤੇ ਉਸ ਨੂੰ 25 ਰੁਪਏ ਵਰਗ ਫੁੱਟ ਦੇ ਤੌਰ ਤੇ ਉਸ ਦਾ ਟੈਂਡਰ ਪਾਸ ਕੀਤਾ ਗਿਆ। ਉਸ ਦਾ ਜਿਹੜਾ ਕਿ ਉਹ ਬੋਲੀ ਸੀ ਪਾਸ ਕੀਤੀ ਗਈ, ਉਹਦੇ ਵਿੱਚ ਕਟਿੰਗ ਕੀਤੀ ਗਈ ਆ ਕਹਿੰਦੇ ਨਵਜੋਤ ਸਿੱਧੂ ਪਤਾ ਕਿਹਨੇ ਕੀਤੀ ਹੈ ਕਟਿੰਗ। ਤੇ ਇਸ ਕਰਕੇ ਕਹਿੰਦੇ ਸਰਕਾਰ ਨੂੰ 75 ਲੱਖ ਰੁਪਏ ਦਾ ਨੁਕਸਾਨ ਦਿੱਤਾ ਨਵਜੋਤ ਸਿੱਧੂ ਨੂੰ, 75 ਲੱਖ ਰੁਪਏ ਦਾ ਵਰਤ ਕੇ। ਤਾਂ ਇਸ ਕਰਕੇ ਨਵਜੋਤ ਸਿੱਧੂ ਵੱਲ ਵੀ ਫੇਕ ਆ ਰਿਹਾ, ਮੀਡੀਆ ਬੜੇ ਪੁਕਾਰ ਕੇ ਕਹਿ ਰਿਹਾ, ਜਿਹੜਾ ਕਿ ਇਲੈਕਟ੍ਰੋਨਿਕ ਮੀਡੀਆ ਪੁਕਾਰ ਨਵਜੋਤ ਸਿੱਧੂ ਥੋੜੀ ਫੋਟੋ ਲਾ ਕੇ, ਇੱਕ ਪਾਸੇ ਨਵਜੋਤ ਕੌਰ ਦੀ ਫੋਟੋ ਆ, ਇੱਕ ਪਾਸੇ ਨਵਜੋਤ ਸਿੱਧੂ ਦੀ ਫੋਟੋ ਆ, ਲਾ ਕੇ ਵਿਚਾਲੇ ਨਵਜੋਤ ਸਿੱਧੂ ਦੇ ਘਰ ਵਾਲੇ ਪਹੁੰਚ ਰਿਹਾ ਫੇਕ। ਇਸ ਖਬਰ ਨੂੰ ਵੱਡੇ ਪੱਧਰ ਤੇ ਪ੍ਰਚਾਰਿਆ ਜਾ ਰਿਹਾ, ਇਹ ਨਵਜੋਤ ਸਿੱਧੂ ਦਾ ਮਾਮਲਾ ਚੱਲਦਾ ਜੀ। ਪ੍ਰਗਟ ਸਿੰਘ ਧਮਕੀ ਦੇਣ ਬਾਬਤ ਗੱਲ ਕਰੀਏ, ਮੇਰੇ ਨਾਲ ਕਾਲਰ ਨੇ ਕਾਫੀ ਸਿਰ ਤੋਂ ਫਲੈਸ਼ ਕਰ ਰਹੀ ਆ, ਡਰਾਈਵਿੰਗ ਕਰਦੇ ਸਮੇਂ ਵੀ ਕਿਸੇ ਵੇਲੇ ਵੀ ਕਾਲ ਕਰਦੇ ਨੇ, ਇਹਨੇ ਕੰਨਾਂ ਚੋਂ ਸੇਕ ਨਿਕਲ ਲੱਗ ਪੈਂਦਾ ਜ਼ਿਆਦਾ ਸਮਾਂ ਹੋਲਡ ਰੱਖੀਏ ਤੇ। ਵੈਲਕਮ ਜੀ, ਗੁੱਡ ਮਾਰਨਿੰਗ। ਗੁੱਡ ਮਾਰਨਿੰਗ ਬੇਟਾ ਜੀ, ਸਤਿ ਸ਼੍ਰੀ ਅਕਾਲ। ਗੁਰਨਾਮ ਸਿੰਘ ਜੀ, ਤੁਹਾਡੀ ਬੁੱਕ ਮੈਂ ਵੀ ਬਹੁਤ ਚਾਹੁੰਦੀ ਹਾਂ ਕਿ ਪੜ੍ਹ ਲਊਂਗੀ, ਚੰਗਾ ਲੱਗੂਗਾ, ਬਹੁਤ ਚੰਗੀ ਗੱਲ ਆ। ਕੋਈ ਗੱਲ ਨਹੀਂ, ਉਹ ATC ਹੋ ਗਈ ਆ, ਪਰ ਮੈਨੂੰ ਹਜੇ ਕੋਈ ਇੰਨਾ ਨਹੀਂ ਗੱਡੀ ਚਲਾਉਣੀ, ਤਾਂ ਜਿਹੜਾ ਪਹਿਲਾਂ ਚਲਾਉਣ ਲੱਗ ਪੈਂਦਾ ਉਹ ਤੇ ਕੋਈ ਜਹਾਜ਼ ਥੋੜੀ ਪਾਇਲਟ ਲੈ ਕੇ ਨਹੀਂ ਜਾ ਸਕਦਾ। ਧੰਨਵਾਦ ਤੁਹਾਡਾ। ਨਹੀਂ ਵੇਖੋ, ਅਸੀਂ ਤੇ ਹਮੇਸ਼ਾ ਤੁਹਾਡੇ ਵੱਲ ਵੇਖ ਕੇ ਜ਼ਿੰਦਗੀ ਜਿਉਣ ਦੀ ਸਾਡੇ 'ਚ ਚਾਹਤ ਪੈਦਾ ਹੁੰਦੀ ਹੈ। ਨਹੀਂ ਬੇਟਾ ਜੀ, ਇੰਨਾ ਐਕਟਿਵ ਰਹਿਣਾ ਚਾਹੀਦਾ ਬੰਦੇ ਨੂੰ। ਚਲੋ ਮਿਸੀ ਗੋਸਲ, ਧੰਨਵਾਦ। ਮਿਲ ਜਾਊਗੀ ਬੁੱਕ, ਜਿਹੜੀ ਤੇਰਾ ਕਿਹੜਾ ਘਰ ਦੂਰ ਆ, ਫਿਰ ਜਾ ਕੇ ਲੈ। ਮਿਹਰਬਾਨੀ। ਸਵਾਲ ਹੈਗਾ ਕੋਈ? ਤੁਹਾਡਾ ਬਹੁਤ ਸ਼ੁਕਰੀਆ। ਥੈਂਕ ਯੂ। ਚਲੋ ਮੈਂ ਸੋਚਿਆ ਕੋਈ ਵੇਖੋ ਸੁਣਦੇ ਨੇ ਰੈਗੂਲਰ, ਸਾਨੂੰ ਮਹਿਸੂਸ ਹੋਇਆ ਸੀ ਵੀ ਆਏ ਤਾਂ ਕਰਕੇ। ਹਾਂਜੀ, ਕੁਇਕਲੀ, ਆਪਣੇ ਕੋਲ 3-4 ਮਿੰਟ ਨੇ, ਹੋਰ 5 ਮਿੰਟ। ਦੋ ਸਵਾਲ ਸਿੰਘ ਦੀ ਧਮਕੀ ਬਾਬਤ ਕੈਪਟਨ ਤੋਂ ਸਪਸ਼ਟੀਕਰਨ ਮੰਗਿਆ ਬਾਜਵਾ ਨੇ ਵੀ ਇਹਦਾ ਸਪਸ਼ਟ ਤੁਸੀਂ ਕਰੋ ਨਾ, ਵੀ ਸੱਚੀ ਮੁੱਚੀ ਤੁਸੀਂ ਤਾਂ ਸਾਹਮਣੇ ਆਓ ਨਾ, ਤੁਸੀਂ ਤਾਂ ਚੁੱਪ ਬੈਠੇ ਹੋ। ਤੇ CMO ਦਫ਼ਤਰ ਵੱਲੋਂ, CMO ਵੱਲੋਂ ਮਤਲਬ ਚੀਫ ਮਿਨਿਸਟਰ ਦਫ਼ਤਰ ਵੱਲੋਂ ਪਹਿਲਾਂ ਵੀ ਇਹੋ ਜਿਹੀ ਧਮਕੀਆਂ ਮਿਲਦੀਆਂ ਰਹੀਆਂ ਨੇ ਮੰਤਰੀਆਂ ਨੂੰ, ਜਿਹੜੇ MLA ਨੂੰ, ਤੁਸੀਂ ਚੁੱਪ ਕਰੋ, ਬਾਦਲ ਦੇ ਖਿਲਾਫ ਬੋਲਣਾ। ਇਸ ਤਰ੍ਹਾਂ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਹਾਈ ਕਮਾਂਡ ਬੇਅਦਬੀ ਦੇ ਮਾਮਲੇ ਵਿੱਚ, ਗੁਰੂ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਦਖਲ ਦੇਵੇ ਪੰਜਾਬ ਦੇ ਵਿੱਚ। ਬੇਅਦਬੀ ਦੇ ਮਾਮਲੇ ਵਿੱਚ ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ, ਕਿਉਂ ਬਚਾਇਆ ਜਾ ਰਿਹਾ ਬਾਦਲ ਦੁਆਰਾ? ਏਦਾਂ ਦਾ ਵੀ ਸਵਾਲ ਪ੍ਰਤਾਪ ਸਿੰਘ ਬਾਜਵਾ ਨੇ ਸਿੱਧੇ ਤੌਰ ਤੇ ਕੀਤਾ ਜਾ ਰਿਹਾ। ਕੋਰੋਨਾ ਦੀ ਦੂਜੀ ਲਹਿਰ ਨੇ 270 ਡਾਕਟਰਾਂ ਦੀ ਜਾਨ ਲਈ ਹੈ। ਦਿਲ ਦੇ ਰੋਗਾਂ ਦੇ ਮਾਰ ਕੇ ਅਗਰਵਾਲ ਦੀ ਮੌਤ ਹੈ। ਦੇਸ਼ ਵਿੱਚ ਰਿਕਾਰਡ 4329 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਦੇ ਨਵੇਂ ਕੇਸ ਘਟਣ ਦੀ ਖਬਰ ਆ ਰਹੀ ਹੈ, ਔਰ ਜ਼ਿਲ੍ਹਾ ਇੰਚਾਰਜਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਮੁਲਾਕਾਤ, ਔਰ ਜਿਹੜੀ ਲੋੜੀਂਦੀ ਮੈਡੀਸਨ ਕਿਵੇਂ ਤੇ ਕਿਸ ਤਰੀਕੇ ਨਾਲ ਪਹੁੰਚੀ ਆ, ਉੱਥੇ ਆ ਕੇ ਸ਼ਾਂਤੀ ਹੋ ਜਾਣੀ। ਹਾਂਜੀ, ਕੋਈ ਜਵਾਬ ਨਾ ਮਿਲਣਾ ਕਿ ਰੋਕਿਆ ਕਿਵੇਂ ਜਾਵੇਗਾ। ਹਾਂਜੀ, ਸੋ ਉਹ ਬੜਾ ਵੱਡਾ ਸਵਾਲ ਪੈਦਾ ਹੁੰਦਾ ਹੈ। ਰਾਤੀ ਚੰਦ ਫਤਿਹਪੁਰੀ ਸਾਹਿਬ ਦਾ ਨਵਾਂ ਜ਼ਮਾਨਾ ਦੇ ਵਿੱਚ ਕੱਲ੍ਹ ਹੀ ਛਪਿਆ ਇੱਕ ਲੇਖ ਸਾਂਝਾ ਕੀਤਾ ਸੀਗਾ ਕਿ UP ਦੇ ਪਿੰਡਾਂ ਦਾ ਰੱਬ ਰਾਖਾ, ਉੱਥੇ ਸਰਕਾਰ ਹਾਥੀ ਦੇ ਦੰਦ, ਖਾਣ ਨੂੰ ਕੁਝ ਹੋਰ, ਦਿਖਾਉਣ ਨੂੰ ਕੁਝ ਹੋਰ, ਰਿਕਾਰਡ ਤੋੜ ਮੌਤਾਂ ਉੱਥੇ ਹੋ ਰਹੀਆਂ ਨੇ ਤੇ ਲੋਕ ਤਰਾ ਕਰ ਰਹੇ ਨੇ। ਲੋਕ ਹਸਪੀਟਲਾਂ ਦੇ ਬਾਹਰ ਦਮ ਤੋੜ ਰਹੇ ਨੇ। ਹਰ ਜ਼ਿਲ੍ਹੇ ਵਾਈਜ਼, ਹਰ ਜਿਹੜੀ ਹੈ ਉਹਨਾਂ ਨੇ ਪਿੰਡ ਵਾਈਜ਼ ਵੀ ਖਬਰ ਦਿੱਤੀ, ਇਹਦੇ ਵਿੱਚ ਹੈਗੀ ਅੰਕੜੇ ਕੱਢੇ ਨੇ ਕਿ ਜਿਹੜੀਆਂ ਮੌਤਾਂ ਦਿਖਾਈਆਂ ਜਾ ਰਹੀਆਂ ਨੇ ਇਹ ਤਾਂ ਨਾ ਮਾਤਰ ਜੀ ਦਿਖਾਈਆਂ ਜਾ ਰਹੀਆਂ ਨੇ, ਜਦੋਂ ਕਿ ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਕਿਤੇ ਵੱਧ ਹੈ। ਇਹ ਮੈਂ ਨਹੀਂ ਕਹਿ ਰਿਹਾ, ਅਖਬਾਰਾਂ ਕਹਿ ਰਹੀਆਂ ਨੇ। ਦੋਸਤੋ, ਮੈਂ ਕਲੀਅਰ ਕਰਦਾ ਕਿ ਜਿਹੜੀ ਸੰਪਾਦਕੀ ਹੁੰਦੀ ਹੈ ਨਾ, ਇੱਕ ਜ਼ਿੰਮੇਵਾਰ ਵਿਅਕਤੀ ਵੱਲੋਂ ਲਿਖੀ ਜਾਂਦੀ ਹੈ, ਤੇ ਅਖਬਾਰਾਂ ਨੂੰ ਸਰਕਾਰਾਂ ਜਿਹੜੀਆਂ ਨੇ ਐਡੇ ਵੱਡੇ ਜਿਹੜੇ ਨੇ ਨਾ, ਉਹ ਇਸ਼ਤਿਹਾਰ ਵੀ ਦਿੰਦੇ ਨੇ ਸਰਕਾਰਾਂ ਵੱਲੋਂ, ਗਰਾਂਟਾਂ ਵੀ ਮਿਲਦੀਆਂ ਨੇ ਤੇ ਸਿਕਿਉਰਟੀਆਂ ਵੀ ਮਿਲਦੀਆਂ ਨੇ। ਬਾਕੀ ਤੁਸੀਂ ਸਭ ਜਾਣਦੇ ਹੋ। ਅਸੀਂ ਤਾਂ ਸਿਰਫ ਉਹਨਾਂ ਅਖਬਾਰਾਂ ਨੂੰ ਪੜ੍ਹਨ ਲਾਤਾ ਤੇ ਪੜ੍ਹ ਕੇ ਤੁਹਾਨੂੰ ਸੁਣਾ ਦਿੰਦੇ। ਸਾਡਾ ਕਸੂਰ ਇੰਨਾ ਗਿਣਿਓ, ਬਾਕੀ ਹਰ ਐਂਗਲ ਤੋਂ ਅਸੀਂ ਆਰਟੀਕਲ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਸਾਡੇ ਵੱਲੋਂ ਤਾਂ ਇੱਕ ਦਿਨ ਇਹੋ ਜਿਹੀ ਖਬਰ ਆ ਜਾਏ ਕਿ ਭਾਰਤ ਵਿੱਚ, ਦੁਨੀਆ ਦੇ ਵਿੱਚ ਕਰੋਨਾ ਖਤਮ, ਤੇ ਸਭ ਤੋਂ ਜ਼ਿਆਦਾ ਖੁਸ਼ੀ ਸਾਨੂੰ ਵੀ ਹੋਊਗੀ, ਤੁਹਾਡੇ 'ਚ ਨਹੀਂ ਹੋਊਗੀ। ਹਾਂਜੀ, ਹਾਂ, 270 ਡਾਕਟਰਾਂ ਦੀ ਮੌਤ ਹੋ ਚੁੱਕੀ ਆ। ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਹੈਗੀ ਆ, ਉਸਨੇ ਦੱਸਿਆ ਕਿ ਜਿਹੜਾ ਕਿ ਬਿਹਾਰ ਦੇ ਸਭ ਤੋਂ ਵੱਧ ਮੌਤ ਹੋਈ ਹੈ ਡਾਕਟਰਾਂ ਦੀ, 70 ਡਾਕਟਰਾਂ ਦੀ ਮੌਤ ਹੋਈ ਹੈ। ਉੱਤਰ ਪ੍ਰਦੇਸ਼ ਵਿੱਚ 37 ਦੱਸੇ ਆ, ਦਿੱਲੀ ਵਿੱਚ 29, ਆਂਧਰਾ ਪ੍ਰਦੇਸ਼ 'ਚ 22 ਡਾਕਟਰਾਂ ਦੀ ਮੌਤ ਹੋਈ। ਅੱਜ ਪਟਿਆਲੇ ਦਾ ਡਾਕਟਰ ਵੀ ਇੱਕ ਮਰ ਗਿਆ ਕੋਰੋਨਾ ਨਾਲ, ਚਾਵਲਾ ਸਾਹਿਬ। ਤੇ ਪਿਛਲੀ ਵਾਰੀ ਨਾ ਜਿਹੜੀ IMA ਦੀ ਰਿਪੋਰਟ ਹੈਗੀ, ਪਿਛਲੀ ਲਹਿਰ ਦੇ ਵਿੱਚ 748 ਡਾਕਟਰਾਂ ਦੀ ਮੌਤ ਹੋਈ ਪੂਰੇ ਸਾਲ ਦੇ ਵਿੱਚ। ਹੁਣ ਛੇਤੀ ਦੇ ਕੇ ਇੰਨੇ ਚਲੇ ਗਏ ਆ, ਰੱਬ ਨੂੰ ਪਿਆਰੇ ਹੋ ਗਏ ਕਹਿੰਦੇ। ਤਾਂ ਇਸ ਸੰਬੰਧ ਵਿੱਚ ਕਾਫੀ ਚਿੰਤਾ ਵਿੱਚ ਡਾਕਟਰ ਹੈਗੇ ਨੇ। IMA ਕਾਫੀ ਚਿੰਤਾ ਵੀ ਡਾਕਟਰਾਂ ਦੀ ਮੌਤ ਹੋਈ। ਡਾਕਟਰ ਹੀ ਮੋਢਲੀ ਕਤਾਰ 'ਚ ਹੁੰਦੇ ਆ, ਸੰਭਾਲਦੇ ਹੈਗੇ ਆ, ਉਹਨਾਂ ਦੀ ਵੀ ਸੰਭਾਲ ਨਹੀਂ ਹੋ ਪਾ ਰਹੀ।
ਜੀ ਪੈਰਾਂ ਦੇ ਨਾਲ ਸੰਸਕਾਰ ਕਰ ਰਹੇ ਨੇ ਚਾਵਲਾ ਸਾਹਿਬ ਯੂਪੀ ਦੇ ਵਿੱਚ। ਹਾਂ ਇਹ ਵੀ ਆਈ ਹੈ ਖਬਰ। ਹਾਂ, ਪੈਰਾਂ ਦੇ ਨਾਲ ਸੰਸਕਾਰ ਕਰ ਰਹੇ ਆ। ਪੈਰ ਬੜੀ ਰਸੋਈ ਗੈਸ ਦੇ ਨਾਲ ਹੋ ਰਿਹਾ। ਹਾਂਜੀ, ਰਸੋਈ ਗੈਸ ਨਾਲ ਹੋ ਰਿਹਾ। ਗੰਗਾ ਦੇ ਕੰਢੇ ਦੇ ਉੱਤੇ ਖਬਰਾਂ ਆਈਆਂ, ਫੋਟੋਆਂ। ਹੁਣ ਕੰਗਨਾ ਰਣੌਤ ਵਰਗੀ ਕਹਿ ਦੂਗੀ ਕਿ ਇਹ ਤਾਂ ਚਾਈਨਾ ਦੀਆਂ ਨੇ, ਕੋਈ ਪਤਾ ਨਹੀਂ। ਨਾਈਜੀਰੀਆ, ਇਹਦੇ ਨਾਈਜੀਰੀਆ ਦੀਆਂ ਨੇ। ਉੱਥੇ ਕੁੱਤੇ ਨਾਈਜੀਰੀਆ ਦੇ ਵਿੱਚ ਸਾਡੇ ਵਰਗੇ, ਸਾਡੇ ਦੇਸ਼ ਦੇ ਕੁੱਤਿਆਂ ਵਰਗੇ ਕਾਂ ਪੰਛੀ ਜਿਹੜੇ ਨੇ, ਉੱਦਾਂ ਦਾ ਹੀ ਮਾਹੌਲ ਜਿੱਦਾਂ ਨਾਈਜੀਰੀਆ ਦੀਆਂ ਨੇ। ਦੇਖੋ ਮਤਲਬ ਸੱਚ ਨੂੰ ਸੱਚ ਰਹਿਣ ਦਿਓ, ਝੂਠ ਨੂੰ ਝੂਠ ਰਹਿਣ ਦਿਓ। ਕਿਤੇ ਰਲ ਗੱਡ ਨਾ ਕਰੋ। ਜਵਾਬ ਦੇਣਾ ਕਿਤੇ ਉੱਪਰ ਵਾਲੇ ਦੀ ਦਰਗਾਹ ਦੇ ਵਿੱਚ ਵੀ। ਜਿਨ੍ਹਾਂ ਦੇ ਮਰੇ ਨੇ ਉਹਨਾਂ ਨੂੰ ਪੁੱਛ ਕੇ ਉਹ ਤੇ ਤੁਹਾਨੂੰ 100 ਗਾਲਾਂ ਕੱਢਦੇ ਹੋਣਗੇ। ਅਸੀਂ ਤਾਂ ਗਾਲ ਨਹੀਂ ਕੱਢ ਸਕਦੇ। ਇੰਨਾ ਬੁਰਾ ਹਾਲ ਆ। ਵੇਖੋ ਗੱਲ ਇਹ ਆ ਕਿ ਉਸ ਚੀਜ਼ ਨੂੰ ਮਤਲਬ ਦੁੱਖ ਨੂੰ ਦੱਸਣਾ ਚਾਹੀਦਾ, ਵਾਕਿਆ ਪ੍ਰੋਬਲਮ ਹੈ। ਅੱਜ ਦੱਸਿਆ ਤੇ ਵਰਲਡ ਵਾਈਡ ਉੱਥੋਂ ਸਹਾਇਤਾ ਪਹੁੰਚਣੀ ਸ਼ੁਰੂ ਹੋ ਗਈ ਹੈ ਨਾ। ਤੇ ਸਹਾਇਤਾ ਜੇਕਰ ਸਹੀ ਥਾਵਾਂ ਤੇ ਪਹੁੰਚ ਜੇ ਤੇ ਇੱਥੇ ਥੰਮੀ ਜਾ ਸਕਦੀ ਹੈ, ਰੋਕੀ ਜਾ ਸਕਦੀ ਹੈ। ਜੇ ਅਸੀਂ ਕਹਿ ਦਈਏ ਕਿ ਕਰੋਨਾ ਖਤਮ ਹੋ ਗਿਆ ਸਾਡੇ ਦੇਸ਼ ਚੋਂ, ਅਸੀਂ ਉਹਦੀ ਟੈਸਟਿੰਗ ਨਾ ਕਰੀਏ, ਸਾਡੇ ਇੱਥੇ ਕਿਹੜੇ ਘੱਟ ਨੇ? ਇੱਥੇ ਵੀ ਤਾਂ ਮੌਤਾਂ ਹੋ ਹੀ ਰਹੀਆਂ ਨੇ। ਅਮਰੀਕਾ ਦੇ ਵਿੱਚ, ਇਟਲੀ ਦੇ ਵਿੱਚ, ਕਿੱਥੇ ਨਹੀਂ ਹੋਈਆਂ ਮੌਤਾਂ ਜੀ। ਇੰਗਲੈਂਡ ਦੇ ਵਿੱਚ ਸਭ ਤੋਂ ਵੱਡੇ ਜਿਹੜੇ ਬੜੇ ਡਿਵੈਲਪ ਕੰਟਰੀ ਮੰਨੇ ਜਾਂਦੇ ਨੇ, ਉੱਥੇ ਨਹੀਂ ਮੌਤਾਂ ਹੋਈਆਂ। ਸਾਡੇ ਦੇਸ਼ ਦੇ ਵਿੱਚ ਇਹ ਆ ਕਿ ਸਾਨੂੰ ਦੁੱਖ ਲੱਗਦਾ ਜਦੋਂ ਉੱਥੇ ਮੌਤਾਂ ਹੁੰਦੀਆਂ ਨੇ। ਦੁਨੀਆ ਦੇ ਵਿੱਚ ਕਿਤੇ ਵੀ ਕੋਈ ਖਬਰ ਆਉਂਦੀ ਸਾਨੂੰ ਦੁੱਖ ਲੱਗਦਾ, ਇਸ ਕਰਕੇ ਐਜ ਏ ਇਨਸਾਨੀਅਤ। ਆਹ ਹੁਣ ਇਜ਼ਰਾਈਲ 'ਚ ਕੀ ਹੋ ਰਿਹਾ ਦੇਖੋ ਕਿਵੇਂ। ਅੱਜ ਜਿਹੜੇ ਮੈਂ ਗੱਲ ਕਰ ਰਿਹਾ ਸੀ, ਵੇਖ ਰਿਹਾ ਸੀ ਵੀਡੀਓ, ਮੈਂ ਅਰਸ਼ ਨਾਲ ਗੱਲ ਕਰ ਰਿਹਾ ਸੀ ਕਿ ਸਾਡੇ ਬਹੁਤ ਸਾਰੇ ਮੇਰੇ ਵਰਗੇ ਵੀ ਕਿਤੇ ਵੇਲੇ ਪੱਤਰਕਾਰ ਜਿਹੜੇ ਆਪਣੀ TRP ਵਧਾਉਣ ਵਾਸਤੇ, ਟੈਲੀਵਿਜ਼ਨ ਵਾਲੇ ਜੰਗ ਲਗਾਉਣ ਨੂੰ, ਜੰਗ ਲੱਗਣ ਵਾਸਤੇ ਬੜੀਆਂ ਖਬਰਾਂ ਦਿੰਦੇ ਨੇ। ਹਾਂਜੀ, ਕਿੱਲ ਕੇ ਪੁੱਛਦਾ ਭਾਰਤ ਵਰਗੇ ਕਿ ਰਗੜ ਦਿਆਂਗੇ, ਦਗੜ ਦਿਆਂਗੇ। ਅਗਲਿਆਂ ਨੇ ਯਾਰ ਚੂੜੀਆਂ ਪਾਈਆਂ ਨੇ। ਆ ਵੇਖੋ ਕਿੱਦਾਂ ਦੀਆਂ ਮਿਜ਼ਾਈਲਾਂ ਨੇ। ਦੇਖਿਆ ਤਰੜ ਕਿਵੇਂ ਹੁੰਦੀ ਆ। ਡਰੋਨ ਹੀ ਚੱਲਦੇ ਪਏ ਨੇ। ਬੰਦੇ ਘੱਟ ਆ ਉੱਥੇ। ਤੇ ਉਹ ਜਦੋਂ ਮਿਜ਼ਾਈਲ ਨੇ ਡਿੱਗਣਾ, ਉਹਨੇ ਵੇਖਣਾ ਵੀ ਮੈਂ ਕਿੱਥੇ ਡਿੱਗਣਾ, ਕਿੱਥੇ ਨਹੀਂ ਡਿੱਗਣਾ। ਜਦੋਂ ਨਿਸ਼ਾਨਾ ਖੁੰਝੀ ਗਿਆ, ਜਦੋਂ ਲੱਗ ਗਈ, ਫੇਰ ਨਹੀਂ ਪਤਾ ਲੱਗ, ਫੇਰ ਉਹਦਾ ਸਿਸਟਮ ਗਾਇਬ। ਫੇਰ ਤਾਂ ਜਿੱਥੇ ਮਰਜ਼ੀ ਡਿੱਗਣਾ ਉਹਨੇ, ਜਦੋਂ ਨਿਸ਼ਾਨਾ ਫੁੰਡਿਆ ਗਿਆ। ਅੱਛਾ, ਆਖਰੀ ਮੇਰੀ ਖਬਰ ਹੈ, ਸਰਸੇਵਾਲਾ ਸਾਧ ਜੋ ਬਲਾਤਕਾਰ ਦੇ ਕੇਸ ਦੇ ਵਿੱਚ ਅੰਦਰ ਹੈ। ਮਾਂ ਹੀ ਹੁੰਦੀ ਹੈ ਸਾਰਿਆਂ ਦੀ, ਚਾਹੇ ਉਹ ਚੰਗਾ ਬੰਦਾ ਹੋਵੇ ਚਾਹੇ ਮਾੜਾ ਬੰਦਾ ਹੋਵੇ। ਉਹਦੀ ਬਿਮਾਰ ਮਾਂ ਹੰਗਾਮੀ ਹਾਲਤ ਵਿੱਚ, ਕੀ ਉਹਨੂੰ ਪੈਰੋਲ ਉਹਨੇ ਮੰਗੀ ਹੈ, ਮਿਲ ਸਕਦੀ ਹੈ, ਮਿਲੇਗੀ? ਇਹ ਖਬਰਾਂ ਜਿਹੜੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਚਰਚਾ 'ਚ ਰਹਿਣਗੀਆਂ। ਚਾਵਲਾ ਸਾਹਿਬ ਅਸਲ 'ਚ ਨਾ ਉਹਨਾਂ ਦੀ ਰਿਪੋਰਟ ਸਰਸੇ ਦੇ DC ਤੋਂ SSP ਤੋਂ ਮੰਗ ਰਹੀ ਹੈ ਰਿਪੋਰਟ ਵੀ। ਦੱਸੋ ਪੂਰਾ ਇਹਦਾ ਕੀ ਹੈਗਾ ਸਿਸਟਮ ਵੀ। ਪੈਰੋਲ ਪਹਿਲਾਂ ਹੀ ਪੈਰੋਲ ਮੰਗੀ ਸੀਗੀ। ਖਤਰਾ ਮਤਲਬ ਕਿ ਬਹੁਤ ਜ਼ਿਆਦਾ ਖਤਰਾ ਹੈਗਾ, ਅਮਨ ਕਾਨੂੰਨ ਦੇ ਸਿਰ ਡਿੱਗ ਸਕਦੀ ਹੈ, ਇਹ ਗੱਲ ਕਹਿ ਕੇ ਉਹਨਾਂ ਨੇ ਪੈਰੋਲ ਰੱਦ ਕਰ ਦਿੱਤੀ ਸੀਗੀ ਪਿਛਲੀ ਵਾਰ ਵੀ। ਹੁਣ ਉਹਨਾਂ ਨੇ ਰਿਪੋਰਟ ਮੰਗ ਲਈ ਆ ਪੂਰੀ ਸਰਸੇ ਤੋਂ, ਆਂਢ ਗੁਆਂਢ ਦੇ ਜ਼ਿਲ੍ਹਾ ਤੋਂ, ਵੀ ਦੱਸੋ ਵੀ ਇਹਦਾ ਕੀ ਆਪਾਂ ਪੈਰੋਲ ਦੇ ਦਈਏ ਤਾਂ ਕੀ ਇਹਦੇ ਅਸਰ ਹੋਏਗਾ। ਇੱਕ ਤਾਂ ਗੱਲ ਇਹ। ਦੂਜੀ ਗੱਲ ਉਹਨਾਂ ਨੇ ਇਹ ਕਹੀ ਆ ਕਿ ਸੱਚੀ ਮੁੱਚੀ ਦੀ ਮਾਂ ਬਿਮਾਰ ਹੈਗੀ ਆ, ਇਹ ਪਤਾ ਕਰਕੇ ਰਿਪੋਰਟ ਦਿਓ, ਇਸ ਤੇ ਪੈਰੋਲ ਮਿਲੇਗੀ। ਪਰ ਪੈਰੋਲ ਮਿਲਣੀ ਔਖੀ ਹੈ, ਚਾਵਲਾ ਸਾਹਿਬ, ਬਹੁਤ ਔਖੀ ਜੀ। ਅੱਛਾ, ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕਹਿੰਦੇ ਕਿ ਨਸ਼ਹਿਰਾ ਨੰਗਲੀ ਇਲਾਕੇ ਵਿੱਚ ਇੱਕ ਹੋਰ ਚੰਨ ਚਾੜ੍ਹ ਦਿੱਤਾ, ਬੈਂਕ ਮੁਲਾਜ਼ਮ ਦਾ ਹੱਥ ਕੱਟਿਆ ਗਿਆ। ਹਾਂ, ਚਾਵਲਾ ਸਾਹਿਬ ਉਹ ਪੈਸੇ ਮੰਗਣ ਗਿਆ ਸੀ, ਕਿਸ਼ਤ ਦੇ ਪੈਸੇ ਮੰਗਣ ਗਿਆ ਸੀ ਨਿਹੰਗ ਸਿੰਘ ਤੋਂ। ਨਸ਼ਹਿਰਾ ਨੰਗਲੀ ਤੋਂ ਪਤਾ ਹੀ ਮਜੀਠਾ ਰੋਡ ਤੇ ਪੈਂਦਾ ਮੇਰਾ ਇਲਾਕਾ ਹੈ। ਹਾਂਜੀ। ਤੇ ਉਹ ਉੱਥੇ ਪੈਸੇ ਮੰਗਣ ਗਿਆ ਸੀ ਤੇ ਪੈਸੇ ਦੇਣ ਦੀ ਬਜਾਏ ਉਹਨੇ ਉੱਥੇ ਕਿਰਪਾਨ ਚਲਾਤੀ, ਹੱਥ ਕੱਟਿਆ ਗਿਆ। ਤੇ ਉਹ ਹੱਥ ਜੋੜਿਆ ਗਿਆ ਡਾਕਟਰਾਂ ਨੇ, ਅਜੇ ਤੱਕ ਬੇਹੋਸ਼ੀ ਆ ਉਹ। ਤੇ ਪਰ ਦੁੱਖ ਦੀ ਘਟਨਾ ਹੈਗੀ ਹੈ ਵੀ ਇਹਨਾਂ ਨਿਹੰਗ ਸਿੰਘਾਂ ਦੇ ਬਾਣੇ ਦੇ ਵਿੱਚ ਕੌਣ ਲੋਕ ਨੇ ਏਦਾਂ, ਇੰਨਾ ਗੁੱਸਾ ਸੀ ਇਹਨਾਂ ਦੇ ਵਿੱਚ। ਹੋਰ ਤਾਂ ਹੋਰ ਜਿਹੜੇ ਪੈਸੇ ਉਹਦੇ ਕੋਲ ਇਕੱਠੇ ਕੀਤੇ ਸੀ ਕਿਸ਼ਤਾਂ ਦੇ ਲੋਕਾਂ ਤੋਂ, ਉਹ ਵੀ ਖੋ ਕੇ ਭੱਜ ਗਏ ਉਹ ਬੰਦੇ। ਹੁਣ ਇੱਥੇ ਕੀ ਕਹੋਗੇ ਤੁਸੀਂ? ਇਸ ਬਾਣੇ ਨੂੰ ਦਾਗ ਲੱਗਾ। ਇੱਥੇ ਕੀ ਕਹੋਗੇ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਖੰਡੇ ਬਾਟੇ ਦੀ ਪਹੁਲ ਤੇ ਨਿਹੰਗ ਸਿੰਘ ਉਹਦੀ ਲਾਡਲੀ ਫੌਜ, ਤੇ ਨਾਲ ਕਿੰਨੀ ਦੂਰ ਅੰਦੇਸ਼ੀ ਵਾਲੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਗੱਲ ਕੀਤੀ ਸੀ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ। ਇਹ ਬਾਣੇ ਦੇ ਵਿੱਚ ਸਿੱਖੀ ਦੇ ਭੇਸ ਵਿੱਚ ਦੇਖੋ, ਜੇ ਤੁਸੀਂ ਤੁਹਾਡੀ ਆਰਗੂਮੈਂਟ ਹੋ ਗਈ ਗੱਲ ਵੱਖਰੀ, ਚਲੋ ਤੁਸੀਂ ਕਿਰਪਾਨ ਕੱਢ ਲਈ, ਵੱਢ ਦਿੱਤਾ, ਵੱਖਰੀ। ਪਰ ਉਦੋਂ ਬਾਅਦ ਤੁਸੀਂ ਲੋਟੂਆਂ ਵਾਲਾ ਕੰਮ ਵੀ ਕਰਦੇ ਪਏ ਹੋ, ਲੁੱਟ ਲਿਆ ਉਹਨੂੰ, ਜਿਹੜਾ ਉਹਦੇ ਕਹਿਣ ਦੇ ਮੁਤਾਬਕ ਆ। ਇਹਨਾਂ ਦਾ ਸਪਸ਼ਟੀਕਰਨ ਕੀ ਆਉਂਦਾ? ਫਿਲਹਾਲ ਤਾਂ ਇਹਨਾਂ ਨੂੰ ਲੁਟੇਰੇ ਹੀ ਮੰਨਿਆ ਜਾਊਗਾ, ਉਹਨਾਂ ਦੀ ਕੈਟਾਗਰੀ 'ਚ ਰੱਖਿਆ ਜਾਊਗਾ। ਤੇ ਕੀ ਕਿਹਾ ਸੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਸ਼ਸਤਰ ਦੇਣ ਲੱਗਿਆ? ਚੂੰਕਾਰ ਆਜ ਹਮਾ ਹੀਲਤੇ ਦਰਗੁਜਸ਼ਤ ਹਲਾਲ ਅਸਤ ਬਰਦਨ ਬਾਹ ਸ਼ਮਸ਼ੀਰ ਦਸਤ। ਸਾਰੇ ਹੀਲੇ ਖਤਮ ਹੋ ਜਾਣ, ਚਾਰੇ ਪਾਸਿਓਂ ਤੁਹਾਡੀ ਕੋਈ
ਸੁਣਵਾਈ ਨਾ ਹੋਵੇ, ਤੁਹਾਨੂੰ ਇਨਸਾਫ ਨਾ ਮਿਲਿਆ ਹੋਵੇ, ਜ਼ੁਲਮ ਹੋ ਰਿਹਾ ਹੋਵੇ, ਉਹਦਾ ਨਾਸ ਕਰਨ ਵਾਸਤੇ ਮੇਰੇ ਸਿੱਖਾ, ਮੇਰੇ ਸਿੰਘਾ, ਜੋ ਖਾਲਸਾ ਮੈਂ ਸਾਜਿਆ ਹੈ, ਇਸ ਤਲਵਾਰ ਦੀ ਮੁੱਠੀ ਤੇ ਤੇਰਾ ਹੱਥ ਜਾਣਾ। ਸ਼ਾਇਦ ਇਹਨਾਂ ਨੂੰ ਤਾਂ ਉਸ ਚੀਜ਼ ਦਾ ਇਲਮ ਵੀ ਨਹੀਂ ਕਿ ਕਲਗੀਆਂ ਵਾਲੇ ਨੇ ਸਾਨੂੰ ਇਹ ਵੀ ਉਪਦੇਸ਼ ਦਿੱਤਾ ਵੀ ਇਹ ਜਿਹੜਾ ਅਸੀਂ ਬਾਣਾ ਪਾਇਆ ਇਹਦੀ ਮਹੱਤਤਾ ਕੀ ਹੈ, ਅਹਿਮੀਅਤ ਕੀ ਹੈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਸ਼ਾਮ ਨੂੰ ਮਿਲਦੇ ਹਾਂ। ਧੰਨਵਾਦ ਸਾਹਿਬ, ਬਹੁਤ ਬਹੁਤ ਧੰਨਵਾਦ, ਸ਼ੁਕਰੀਆ। ਥੈਂਕ ਯੂ ਜੀ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।